ਸਤਿ ਸ੍ਰੀ ਅਕਾਲ। ਪਿਛਲੀ ਕੜੀ ਦੇ ਵਿੱਚ ਆਪਾਂ ਕ੍ਰੋਧ ਤੋਂ ਮੁਕਤ ਹੋਣ ਵਾਸਤੇ ਕੁਝ ਵਿਚਾਰ ਦਿੱਤੇ ਸੀਗੇ ਔਰ ਕੁਝ ਥੋੜੀਆਂ ਜਿਹੀਆਂ ਬਿਮਾਰੀਆਂ ਵੀ ਦੱਸੀਆਂ ਸੀਗੀਆਂ। ਬਹੁਤ ਡਿਟੇਲ ਤਾਂ ਮੈਂ ਨਹੀਂ ਕਰ ਸਕਿਆ ਕਿਉਂਕਿ ਸਮੇਂ ਦਾ ਕਮੀ ਹੋਣ ਦੇ ਕਰਕੇ। ਅੱਜ ਆਪਾਂ ਲੈਣੇ ਆਗੇ ਇਮੋਸ਼ਨਲ ਹੈਲਥ। ਇਮੋਸ਼ਨਲ ਹੈਲਥ ਨੂੰ ਅਸੀਂ ਇਮੋਸ਼ਨਲ ਹੀਲਿੰਗ ਵੀ ਕਹਿੰਦੇ ਹਾਂ ਕਿ ਪਹਿਲਾਂ ਇਹ ਸਮਝੀਏ ਕਿ ਇਮੋਸ਼ਨ ਕੀ ਚੀਜ਼ ਹੈ। ਇਸ ਤੋਂ ਪਹਿਲਾਂ ਮੈਂ 10 ਪ੍ਰਕਾਰ ਦੇ ਵਿਚਾਰਾਂ ਉੱਤੇ ਕੁਛ ਨਾ ਕੁਛ ਰੋਸ਼ਨੀ ਪਾਈ ਹੈ। ਤਾਂ ਵਿਚਾਰ ਜਿਹੜਾ ਸਾਨੂੰ ਆਉਂਦਾ ਹੈ ਉਸ ਤੋਂ ਪਹਿਲਾਂ ਸਾਨੂੰ ਕੀ ਹੁੰਦਾ ਹੈ? ਉਸ ਤੋਂ ਪਹਿਲਾਂ ਸਾਨੂੰ ਕੋਈ ਨਾ ਕੋਈ ਮੈਮੋਰੀ ਜਾਂ ਯਾਦਦਾਸ਼ਤ ਆਉਂਦੀ ਹੈ। ਕਦੇ ਵੀ ਯਾਦਦਾਸ਼ਤ ਤੋਂ ਬਗੈਰ ਆਪਾਂ ਨੂੰ ਵਿਚਾਰ ਨਹੀਂ ਆਉਂਦਾ। ਕੋਈ ਬੰਦਾ ਯਾਦ ਆਇਆ, ਉਹਦੀ ਘਟਨਾ ਯਾਦ ਆ ਗਈ। ਕੋਈ ਪਰਿਵਾਰ ਦਾ ਮੈਂਬਰ ਯਾਦ ਆਇਆ, ਕੋਈ ਬੱਚਾ ਸਕੂਲ ਗਿਆ ਹੋਇਆ ਉਹ ਯਾਦ ਆਇਆ। ਤਾਂ ਜਿਸ ਯਾਦਦਾਸ਼ਤ ਦੇ ਨਾਲ ਸਾਡਾ ਵਿਚਾਰ ਜੁੜਿਆ ਹੋਇਆ ਹੈ। ਵਿਚਾਰ ਖੁਸ਼ੀ ਦਾ ਵੀ ਹੋ ਸਕਦਾ ਹੈ, ਵਿਚਾਰ ਸ਼ਾਂਤੀ ਦਾ ਵੀ ਹੋ ਸਕਦਾ ਹੈ, ਔਰ ਵਿਚਾਰ ਜਿਹੜਾ ਹੈ ਉਹ ਸਾਡੇ ਟੈਨਸ਼ਨ ਨੂੰ, ਤਣਾਅ ਨੂੰ ਵੀ ਵਧਾ ਸਕਦਾ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਡਾ ਜਿਹੜਾ ਮਨ ਹੈ, ਇਹ ਮਨ ਨੂੰ ਅਸੀਂ 4 ਭਾਗਾਂ 'ਚ ਵੰਡਿਆ ਹੈ ਕਿਉਂਕਿ ਵਿਗਿਆਨ ਨੇ ਸਾਨੂੰ ਇਹ ਸਮਝ ਦਿੱਤੀ। ਜਿਉਂ-ਜਿਉਂ ਇਹਦੀ ਰਿਸਰਚ ਵੱਧਦੀ ਗਈ ਤਿਉਂ-ਤਿਉਂ ਸਾਨੂੰ ਇਹਦੀ ਰੋਸ਼ਨੀ ਵੀ ਆਉਂਦੀ ਗਈ। ਪਹਿਲਾਂ ਵਿਅਕਤੀ ਇਹ ਸੋਚਦਾ ਨਹੀਂ ਸੀਗਾ ਕਿ ਪੋਜ਼ੀਟਿਵ ਕੀ ਹੈ ਤੇ ਨੈਗੇਟਿਵ ਕੀ ਹੈ। ਜਿਹੀ ਜੀ ਸਿਚੁਏਸ਼ਨ ਸਾਹਮਣੇ ਆਈ, ਘਟਨਾ ਆਈ, ਉਵੇਂ ਜਿਹਾ ਸਾਡਾ ਮੂਡ ਬਣ ਗਿਆ, ਉਵੇਂ ਜਿਹਾ ਅਸੀਂ ਗੱਲਬਾਤ ਕਰ ਲਈ। ਪਰ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਮੇਰਾ ਸਰੀਰ ਹੈ, ਮੇਰੇ ਹੱਥ ਹਨ, ਮੇਰਾ ਮੁੱਖ ਹੈ। ਜੇ ਮੈਂ ਕਿਸੇ ਨੂੰ ਗੰਦਾ ਸ਼ਬਦ ਕਹਿਣਾ ਚਾਹਾਂ ਤਾਂ ਮੈਂ ਮੁੱਖ ਨੂੰ ਵਿੱਚੋਂ ਕਹਿ ਸਕਾਂ। ਜੇ ਮੈਂ ਬ੍ਰੇਕ ਲਾਉਣਾ ਚਾਹਾਂ ਤਾਂ ਮੈਂ ਬ੍ਰੇਕ ਲਾ ਕੇ ਉਹਨੂੰ ਅੱਛੀ ਗੱਲ ਵੀ ਕਹਿ ਸਕਦਾ ਹਾਂ। ਮੇਰਾ ਮੁੱਖ, ਮੇਰੇ ਹੱਥ, ਮੇਰਾ ਸਰੀਰ, ਤਾਂ ਮੈਂ ਕੌਣ ਹਾਂ? ਮੈਂ ਤਾਂ ਫਿਰ ਰਾਜਾ ਹੋ ਗਿਆ, ਮੈਂ ਤਾਂ ਕਿੰਗ ਬਣ ਗਿਆ ਹੈ। ਤਾਂ ਇੱਕ ਉਹ ਕਹਿੰਦੇ ਆ ਕਿ ਛੋਟੀ ਜਿਹੀ ਕਹਾਣੀ ਸੁਣਾ ਦਿੰਦਾ ਕਿ ਇੱਕ ਰਾਜੇ ਦੀਆਂ 4 ਰਾਣੀਆਂ ਸੀ। ਉਹ ਇੱਕ ਰਾਣੀ ਦੇ ਨਾਲ ਸਦਾ ਹੀ ਰਹਿੰਦਾ ਸੀ, ਜਿੱਧਰ ਵੀ ਜਾਂਦਾ ਉਹਨੂੰ ਨਾਲ ਲੈ ਕੇ ਜਾਂਦਾ। ਤੇ ਦੂਜੀ ਰਾਣੀ ਨੂੰ ਉਹ ਕਦੇ ਕਦੇ ਲੈ ਕੇ ਜਾਂਦਾ ਜਦੋਂ ਦੂਜੀ ਸਟੇਟ ਦੇ ਵਿੱਚ ਜਾਂਦਾ ਸੀ। ਤੇ ਤੀਸਰੀ ਰਾਣੀ ਉਹ ਬੜੀ ਚੁਸਤ ਸੀ, ਹਰ ਇੱਕ ਚੀਜ਼ ਦਾ ਫੈਸਲਾ ਫਟੋਫਟ ਦਿੰਦੀ ਸੀ। ਉਹਨੂੰ ਫਿਰ ਉਹ ਕਿਸੇ ਇਸ ਤਰ੍ਹਾਂ ਦੇ ਫੰਕਸ਼ਨ ਵਿੱਚ ਲੈ ਕੇ ਜਾਂਦਾ ਜਿੱਥੇ ਕੋਈ ਸਵਾਲ ਜਵਾਬ ਹੁੰਦਾ। ਤੇ ਚੌਥੀ ਰਾਣੀ ਨਾਲ ਉਹ ਕੋਈ ਉਹਦਾ ਵਰਤਾਓ ਨਾ, ਉਹ ਵਿਚਾਰੀ ਕੰਮ ਦੇ ਵਿੱਚ ਲੱਗੀ ਰਹਿੰਦੀ ਔਰ ਸਾਰਾ ਦਿਨ, ਔਰ ਉਸ ਦੇ ਨਾਲ ਨਾ ਦਿਨੇ ਨਾ ਰਾਤ ਕੋਈ ਗੱਲਬਾਤ ਨਹੀਂ, ਨਾ ਉਹਨੂੰ ਕੋਈ ਇਤਰਾਜ਼ ਹੋਵੇ, ਉਹ ਆਰਾਮ ਨਾਲ ਆਪਣਾ ਕੰਮ ਕਰਦੇ ਰਹਿੰਦੀ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਪਹਿਲੀ ਰਾਣੀ ਕੌਣ ਹੈ? ਕਿ ਪਹਿਲੀ ਰਾਣੀ ਸਾਡੀ, ਇੱਕ ਵਾਰੀ ਉਹਨੇ ਸਾਰੀਆਂ ਰਾਣੀਆਂ ਦਾ ਟੈਸਟ ਲਿਆ। ਉਹਨੇ ਪੁੱਛਿਆ ਕਿ ਮੰਨ ਲਓ ਕਿ ਮੇਰਾ ਸਰੀਰ ਛੁੱਟ ਜਾਏ, ਮੈਂ ਚਲਾ ਜਾਵਾਂ ਇਸ ਸਰੀਰ ਤੋਂ, ਨਿਆਰਾ ਹੋ ਕੇ ਮੇਰੀ ਮੌਤ ਹੋ ਜਾਏ, ਤਾਂ ਮੇਰੇ ਨਾਲ ਚੱਲੋਗੇ? ਤਾਂ ਉਹ ਪਹਿਲੀ ਰਾਣੀ ਜਿਹੜੀ ਕਹਿੰਦਾ ਸੀ ਰੋਜ਼ ਨਾਲ ਜਾਂਦੀ ਸੀ, ਉਹ ਕਹਿੰਦੀ ਨਹੀਂ, ਇਹ ਤੁਹਾਡਾ ਹਿਸਾਬ ਕਿਤਾਬ, ਤੁਸੀਂ, ਮੈਂ ਨਹੀਂ ਜਾਵਾਂਗੀ। ਤੇ ਦੂਜੀ ਨੂੰ ਪੁੱਛਿਆ, ਉਹ ਕਹਿੰਦੀ ਨਹੀਂ, ਇਹ ਤਾਂ ਇਹ ਗੱਲ ਮਨਜ਼ੂਰ ਨਹੀਂ ਹੈ, ਬਾਕੀ ਸਭ ਠੀਕ ਹੈ। ਔਰ ਤੀਸਰੀ ਨੂੰ ਪੁੱਛਿਆ, ਉਹ ਕਹਿੰਦੀ ਇਹ ਮੇਰੇ ਵੀ ਕੰਟਰੋਲ 'ਚ ਨਹੀਂ ਹੈਗਾ, ਮੈਂ ਵੀ ਨਹੀਂ ਜਾ ਸਕਦੀ। ਤੇ ਚੌਥੀ ਨੂੰ ਉਹ ਕਹਿੰਦਾ ਵੀ ਮੈਨੂੰ ਮਾਫ਼ ਕਰਨਾ, ਮੈਂ ਤੈਨੂੰ ਕਦੇ ਪੁੱਛਿਆ ਨਹੀਂ, ਪਰ ਜੇ ਮੈਂ ਸਰੀਰ ਛੱਡ ਜਾ ਤੂੰ ਮੇਰੇ ਨਾਲ ਚੱਲੇਂਗੀ? ਉਹ ਕਹਿੰਦੀ ਮੈਂ ਜਿਉਂਦੇ ਜੀ ਵੀ ਚੱਲਾਂਗੀ, ਜੇ ਤੂੰ ਚਲਾ ਗਿਆ ਤੇਰੇ ਨਾਲ ਹੀ ਚੱਲੂਗੀ, ਜਿੱਥੇ ਤੂੰ ਜਾਵੇਂਗਾ ਤੇਰੇ ਨਾਲ ਰਹੂੰਗੀ, ਤੇਰੀ ਸੇਵਾ ਕਰੂੰਗੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਹਿਲੀ ਰਾਣੀ ਹੈ ਸਾਡਾ ਸਰੀਰ, ਇਹ ਹਰ ਟਾਈਮ ਹੀ ਨਾਲ ਰਹਿੰਦਾ। ਔਰ ਦੂਸਰੀ ਰਾਣੀ ਕੌਣ ਹੈ? ਦੂਸਰੀ ਰਾਣੀ ਹੈ ਸਾਡੀ ਸੰਪਤੀ, ਧਨ ਦੌਲਤ, ਅਸੀਂ ਕਹਿੰਦੇ ਹਾਂ ਸਾਡੇ ਨਾਲ ਹੀ ਜਾਊਗੀ ਹੈ, ਪਰ ਖਾਲੀ ਹੱਥ ਜਾਵਾਂਗੇ। ਔਰ ਤੀਜੀ ਰਾਣੀ ਕਿਹੜੀ ਹੈ? ਤੀਜੀ ਰਾਣੀ ਹੈਗੀ ਸਾਡੇ ਸਗ ਸੰਬੰਧੀ, ਉਹਨਾਂ ਨੂੰ ਉਹ ਕਹਿੰਦੇ ਅਸੀਂ ਤਾਂ ਉੱਥੇ ਤੱਕ ਚਲੇ ਜਾਵਾਂਗੇ ਜਿੱਥੇ ਤੱਕ ਦੇਹ ਜਾ ਤੇਰੀ ਸੰਸਕਾਰ ਕਰਨਾ, ਅੱਗੇ ਅਸੀਂ ਤੇਰੇ ਨਾਲ ਨਹੀਂ ਜਾ ਸਕਦੇ। ਪਰ ਇੱਕ ਰਾਣੀ ਜਿਹੜੀ ਸੀ, ਉਸ ਦਾ ਸੰਸਕਾਰ ਸੀ, ਉਹਦੀ ਆਦਤ ਸੀ, ਉਹਦੀ ਨੇਚਰ ਸੀ, ਉਹ ਕਹਿੰਦੀ ਮੈਂ ਤਾਂ ਤੇਰੇ ਨਾਲ ਹੀ ਰਹੂੰਗੀ, ਜੇ ਤੂੰ ਚਲਾ ਵੀ ਗਿਆ
ਤਾਂ ਵੀ ਤੇਰੇ ਨਾਲ ਜਦੋਂ ਆਤਮਾ ਸਰੀਰ ਛੱਡ ਕੇ ਜਾਂਦੀ ਹੈ, ਉਹ ਆਪਦੇ ਨਾਲ ਆਪਦੇ ਸੰਸਕਾਰ, ਆਪਦੇ ਐਟੀਚਿਊਡ ਨੂੰ, ਆਪਦੀ ਵਿਰਤੀ ਨੂੰ ਨਾਲ ਹੀ ਲੈ ਕੇ ਜਾਂਦੀ ਹੈ। ਤੁਸੀਂ ਦੇਖਿਆ ਹੋਣਾ, ਉਹ ਬਚਪਨ ਤੋਂ ਹੀ ਉਹ ਵਿਚਾਰ ਸ਼ੁਰੂ ਹੋ ਜਾਂਦੇ ਹਨ। ਤਾਂ ਇਸ ਤਰ੍ਹਾਂ ਹੀ ਇਹ ਚੀਜ਼ ਦੇਖੀ ਕਿ ਜਿਹੜਾ ਸਾਡਾ ਚੇਤਨ ਮਨ ਹੈ, ਆਪਾਂ ਗੱਲ ਕਰ ਰਹੇ ਸੀ ਮਨ ਦੇ ਉੱਪਰ, ਕੌਨਸ਼ੀਅਸ ਮਾਈਂਡ ਹੈ। ਕੌਨਸ਼ੀਅਸ ਕਹਿੰਦੇ ਨੇ ਕਿ ਚੇਤਨ। ਇਹ ਜਿਹੜਾ ਮਨ ਹੈ ਹਰ ਟਾਈਮ ਪਰ ਆਪਣੇ ਇਸ ਵਾਤਾਵਰਣ ਵਿੱਚ ਰਹਿੰਦੇ ਹੋਏ ਇਹ ਬੜਾ ਤਰਕਸ਼ੀਲ ਹੈ, ਰੈਸ਼ਨਲ ਹੈ ਔਰ ਲੌਜੀਕਲ ਹੈ। ਹਰ ਗੱਲ ਨੂੰ ਪਰਖ ਕੇ ਗੱਲ ਕਰਦਾ, ਔਰ ਇਹਦੇ ਵਿੱਚ ਨੈਗੇਟਿਵ ਵੀ ਹੋ ਸਕਦਾ, ਇਹਦੇ ਵਿੱਚ ਪੋਜ਼ਿਟਿਵ ਵੀ ਹੋ ਸਕਦਾ। ਫਿਰ ਇਹ ਕੀ ਕਰਦਾ ਹੈ, ਜਿਹੜੇ ਵੀ ਵਿਚਾਰ ਉਹਦੇ ਉੱਠਦੇ ਹੈਗੇ ਉਹ ਵਿਚਾਰਾਂ ਨੂੰ ਪਾਸ ਆਨ ਕਰ ਦਿੰਦਾ। ਇੱਕ ਕੌਨਸ਼ੀਅਸ ਹੈ ਔਰ ਦੂਜੇ ਨੰਬਰ ਦੇ ਉੱਤੇ ਸਬਕੌਨਸ਼ੀਅਸ। ਉਹ ਸਬਕੌਨਸ਼ੀਅਸ ਜਿਹੜਾ ਹੈ ਸਾਡਾ, ਹੁਣ ਦੇਖੋ ਉਸ ਦੀ ਨੇਚਰ ਕੀ ਹੈ, ਉਹਦੀ ਕੀ ਆਦਤ ਹੈ। ਸਬਕੌਨਸ਼ੀਅਸ ਮਾਈਂਡ ਜਿਹੜਾ ਹੈ ਉਹ ਅਨਐਜੂਕੇਟਡ, ਅਨਪੜ੍ਹ ਹੈ। ਉਹ ਜ਼ਿਆਦਾ ਡਿਟੇਲ ਦੇ ਵਿੱਚ ਜ਼ਿਆਦਾ ਕੰਪਲੈਕਸ ਵਾਲੀਆਂ ਗੱਲਾਂ ਨੂੰ ਨਹੀਂ ਸਮਝਦਾ। ਜੇ ਆਪਾਂ ਉਹਨੂੰ ਡਿਟੇਲ ਸਮਝਾਉਣਾ ਚਾਹੀਏ, ਉਹ ਕਹਿੰਦਾ ਜਿਹੜਾ ਕੁਝ ਤੂੰ ਮੈਨੂੰ ਦੇ ਦੇਗਾ ਮੈਂ ਤਾਂ ਲੈ ਲਾਂਗਾ। ਤਾਂ ਇੱਕ ਚੀਜ਼ ਹੈ ਕਿ ਉਹ ਵਿਚਾਰ ਸਬਕੌਨਸ਼ੀਅਸ ਚਲੇ ਜਾਂਦੇ। ਔਰ ਤੀਸਰਾ ਵਿਚਾਰ, ਤੀਸਰੀ ਕੌਨਸ਼ੀਅਸ ਹੈ, ਉਹਨੂੰ ਕਹਿ ਦਿੰਦੇ ਆ ਅਨਕੌਨਸ਼ੀਅਸ ਮਾਈਂਡ। ਜਿਹੜਾ ਅਨਕੌਨਸ਼ੀਅਸ ਮਾਈਂਡ ਹੈ, ਅਸੀਂ ਜਨਮਾਂ ਤੋਂ ਲੈ ਕੇ ਇਸ ਜਨਮ ਦੇ ਵਿੱਚ ਵੀ 40-50 ਸਾਲ ਤੋਂ ਲੈ ਕੇ ਸਾਨੂੰ ਕਿਹੜੀਆਂ ਗੱਲਾਂ ਯਾਦ ਹੈ 40 ਸਾਲ ਵਾਲੀਆਂ, ਉਹ ਗੱਲਾਂ ਅੰਦਰ ਚਲੀਆਂ ਜਾਂਦੀਆਂ। ਉਹ ਅੰਦਰ ਜਾ ਕਰਕੇ ਸਾਡੀ ਚੇਤਨਾ ਦੇ ਨੀਚੇ ਵਾਲੇ ਲੈਵਲ ਦੇ ਉੱਤੇ ਸੈਟਲ ਹੋ ਜਾਂਦੀ। ਉਹ ਕਦੋਂ ਆਉਂਦੀਆਂ ਨੇਗੀਆਂ? ਕਦੇ ਕਦੇ ਉਹ ਰਾਤ ਨੂੰ ਸੁਪਨੇ ਦੇ ਵਿੱਚ ਕੌਨਸ਼ੀਅਸ ਮਾਈਂਡ ਤੇ ਆ ਜਾਂਦੀਆਂ। ਜਦੋਂ ਉਹ ਆਉਂਦੀਆਂ, ਆਪਾਂ ਤਾਂ ਉਦੋਂ ਸੁੱਤੇ ਪਏ ਆ, ਸਰੀਰ ਤਾਂ ਕਰਮ ਇੰਦਰੀਆਂ ਰੈਸਟ ਕਰਦੀਆਂ ਨੇਗੀਆਂ, ਸਰੀਰ ਦੇ ਅੰਗ ਰੈਸਟ ਕਰਦੇ ਆ। ਪਰ ਇੱਕ ਚੀਜ਼ ਹੈ, ਉਸ ਟਾਈਮ ਸਾਨੂੰ ਫਾਇਦਾ ਕੁਛ ਨਹੀਂ ਹੈ। ਕਿਉਂ? ਕਿਉਂਕਿ ਆਪਾਂ ਜਾਗਦੇ ਨਹੀਂ ਹਾਂ। ਆਪਾਂ ਉਹ ਵਿਚਾਰ ਨੂੰ ਬਦਲ ਨਹੀਂ ਸਕਦੇ। ਹੁਣ ਜੇ ਸਾਨੂੰ ਡਰ ਲੱਗ ਰਿਹਾ ਹੈ, ਕੋਈ ਚੀਜ਼ ਚੱਲ ਰਹੀ ਹੈ, ਉਹ ਚੀਜ਼ ਤਾਂ ਉੱਥੇ ਹੈ ਨਹੀਂ, ਪੁਰਾਣੀ ਯਾਦਦਾਸ਼ਤ ਆ ਗਈ ਹੈ, ਔਰ ਨਾਲ ਉਹਦੇ ਧੜਕਣ ਵੀ ਵੱਧ ਗਈ, ਪਲਸ ਦਾ ਰੇਟ ਵੀ ਵੱਧ ਗਿਆ, ਤੇ ਘਬਰਾਹਟ ਹੋਣ ਲੱਗੀ ਔਰ ਭੱਜਣ ਵੀ ਲੱਗੇ। ਆਪਾਂ ਕਈ ਵਾਰੀ ਕੀ ਕਰਦੇ ਹਾਂ, ਕਈਆਂ ਨੂੰ ਦੇਖਿਆ ਹੈ ਕਿ ਉਹ ਚਾਰਪਾਈ ਤੋਂ ਉੱਠ ਕੇ ਸੁਪਨੇ ਦੇ ਵਿੱਚ ਹੀ ਤੁਰ ਕੇ ਚੱਕਰ ਕੱਟ ਕੇ ਆ ਕੇ ਚਾਰਪਾਈ ਦੇ ਉੱਤੇ ਪੈ ਜਾਂਦੇ। ਮਤਲਬ ਕਹਿਣ ਦਾ ਇੱਕ ਚੀਜ਼ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਰਾਤ ਨੂੰ ਮੈਂ ਸੁਪਨੇ 'ਚ ਤੁਰਿਆ। ਤਾਂ ਸੁਪਨੇ ਵਾਲਾ ਜਿਹੜਾ ਵਿਚਾਰ ਹੈ ਉਹਨੂੰ ਪਰਿਵਰਤਨ ਨਹੀਂ ਕੀਤਾ ਜਾ ਸਕਦਾ, ਨੈਗੇਟਿਵ ਤੋਂ ਪੋਜ਼ਿਟਿਵ 'ਚ ਨਹੀਂ ਲਿਆ ਜਾ ਸਕਦਾ। ਤਾਂ ਸੁਣੀਏ ਕਿ ਜਿਹੜਾ ਵਿਚਾਰ ਹੈ ਉਸ ਨੂੰ ਆਪਾਂ ਪਰਿਵਰਤਨ ਤਾਂ ਹੀ ਕਰ ਸਕਦੇ ਹਾਂ ਕਿ ਜੇ ਆਪਾਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਅਪਰੋਚ ਕਰੀਏ। ਹੁਣ ਆਪਾਂ ਅਪਰੋਚ ਕਿੱਦਾਂ ਕਰੀਏ? ਅਨਕੌਨਸ਼ੀਅਸ ਮਾਈਂਡ ਨੂੰ ਤਾਂ ਛੱਡ ਦਿਓ, ਕਿਉਂਕਿ ਉਹ ਤਾਂ ਡੋਰਮੈਂਟ ਲੈਵਲ ਤੇ, ਡੀਪੈਸਟ ਲੈਵਲ ਦੇ ਉੱਤੇ ਚਲਾ ਜਾ ਕੇ ਗਹਿਰਾਈ ਚਲਾ ਗਿਆ। ਯਾਰ ਸਬਕੌਨਸ਼ੀਅਸ ਮਾਈਂਡ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਦੇਖੋ, ਕੌਨਸ਼ੀਅਸ ਮਾਈਂਡ ਤੋਂ ਜਦੋਂ ਤੁਸੀਂ ਇਕਾਗਰਤਾ ਦੇ ਵਿੱਚ ਬੈਠੇ ਹੋ, ਤੁਸੀਂ ਪ੍ਰਭੂ ਚਿੰਤਨ ਦੇ ਵਿੱਚ ਬੈਠੇ ਹੋ, ਇੱਕ ਚੀਜ਼ ਤਾਂ ਜ਼ਰੂਰ ਸਮਝ ਲਓ ਕਿ ਕਮ ਸੇ ਕਮ 15 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਕੋਈ ਵੀ ਜਪਜੀ ਸਾਹਿਬ ਦਾ ਪਾਠ ਕਰੇ, ਗੀਤਾ ਦਾ ਪਾਠ ਕਰੇ, ਕੋਈ ਵੀ ਪਾਠ ਕਰੇ, ਪਰ ਆਪਣੇ ਨਾਲ ਗੱਲ ਕਰੇ। ਇਹ ਹੈ ਮਨ, ਹੈ ਤੂੰ ਤਾਂ ਬਹੁਤ ਅੱਛਾ ਮੇਰਾ ਦੋਸਤ ਹੈ, ਤਾਂ ਦੋਸਤ ਨਾਲ ਪਿਆਰ ਕੀਤਾ ਜਾਂਦਾ ਹੈ। ਉਸ ਮਨ ਨਾਲ ਪਿਆਰ ਕਰੋ, ਤੂੰ ਅੱਛੀਆਂ ਗੱਲਾਂ ਸਿਮਰਤੀ ਦੇ ਵਿੱਚ ਲੈ ਕੇ ਆ। ਔਰ ਜਿਹੜੀਆਂ ਚੀਜ਼ਾਂ ਆਪਾਂ ਅੱਖਾਂ ਨਾਲ, ਕੰਨਾਂ ਨਾਲ ਸੁਣਦੇ ਹਾਂ, ਉਹ ਸਿਰਫ ਆਪਣੇ ਉੱਤੇ 15 ਜਾਂ 20% ਅਸਰ ਕਰਦੀ। ਪਰ ਜਿਹੜੀ ਗੱਲ ਨੂੰ ਆਪਾਂ ਅੱਖਾਂ ਨਾਲ ਦੇਖ ਲੈਂਦੇ ਹਾਂ, ਉਹ ਸਾਡੇ ਉੱਤੇ 80% ਅਸਰ ਕਰਦੀ। ਤੇ ਇੱਕ ਗੱਲ ਨੂੰ ਯਾਦ ਰੱਖੋ ਕਿ ਅਸੀਂ ਆਪਣੇ ਮਨ ਦੇ ਉੱਤੇ ਉਹ ਵਿਜ਼ਨ ਬਣਾਈਏ ਕਿ ਮੈਂ ਇੱਕ ਬਹੁਤ ਅੱਛਾ, ਮੈਂ ਸ੍ਰੇਸ਼ਟ ਹਾਂ, ਮੈਂ ਵਿਦਵਾਨ ਹਾਂ, ਔਰ ਮੈਂ ਮਤਲਬ ਕਹਿਣ ਦਾ ਕਿ ਮੈਂ ਰਹਿਮਦਿਲ ਆਤਮਾ ਹਾਂ ਔਰ ਮੈਂ ਕਲਿਆਣਕਾਰੀ ਹਾਂ। ਜੇ ਇਹ ਸ਼ਬਦਾਂ ਨੂੰ ਅਸੀਂ ਮਨ ਦੇ ਪਰਦੇ ਤੇ ਲੈ ਕੇ ਆਉਂਦੇ ਹਾਂ ਤਾਂ ਸਾਡਾ ਮਨ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਇਹ 2 ਟਾਈਮ ਜਿਹੜੇ ਹੈ ਆਪਾਂ ਪਹਿਲਾਂ ਰੱਖੇ ਹੋਏ ਸੀ, ਪਰ ਹੁਣ ਸਾਡੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਚਲੀਆਂ ਗਈਆਂ।
ਰੌ ਰਾਸ ਤੇ ਅੰਮ੍ਰਿਤ ਵੇਲਾ, ਇਹ ਦੋ ਹਰੇਕ ਬੰਦਾ ਉੱਠਦਾ ਸੀਗਾ, ਪਹਿਲਾਂ ਵਾਹਿਗੁਰੂ ਦਾ ਚਿੰਤਨ ਕਰਦਾ ਸੀ, ਪਰ ਹੁਣ ਨਹੀਂ। ਤੇ ਇਸ ਦੇ ਨਾਲ ਜੇ ਆਪਾਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਆਪਾਂ ਐਕਟੀਵੇਟ ਕਰ ਲੈਂਦੇ ਆ, ਤਾਂ ਜਿਹੜਾ ਕੌਨਸ਼ੀਅਸ ਮਾਈਂਡ ਹੈ ਇਹ 10% ਹੈ। ਕੌਨਸ਼ੀਅਸ ਮਾਈਂਡ, ਜੇ ਤੁਸੀਂ ਢੇਲਾ ਬਰਫ਼ ਦਾ ਪਾਣੀ 'ਚ ਪਾ ਦਿਓ ਤਾਂ ਸਿਰਫ 10% ਤੁਹਾਨੂੰ ਉਹਦਾ ਹਿੱਸਾ ਨਜ਼ਰ ਆਉਂਦਾ ਹੈ, ਪਰ ਉਸ ਹਿੱਸੇ ਦਾ 90% ਹਿੱਸਾ ਪਾਣੀ ਵਿੱਚ ਹੁੰਦਾ ਹੈ। ਇਸ ਤਰ੍ਹਾਂ ਹੀ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਉਹ ਵਿਚਾਰਾਂ ਨੂੰ ਲੈਂਦਾ ਰਹਿੰਦਾ ਹੈ, ਤੇ ਜਿਹੜਾ ਕੌਨਸ਼ੀਅਸ ਮਾਈਂਡ ਹੈ ਉਹ 10% ਉਹ ਵਿਚਾਰ ਉਠਾਉਂਦਾ ਰਹਿੰਦਾ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ 90% ਤਾਂ ਪਾਵਰਫੁਲ ਹੋ ਗਿਆ ਨਾ ਸਾਡਾ ਜਿਹੜਾ ਸਬਕੌਨਸ਼ੀਅਸ ਅੰਤਰ ਚੇਤਨ ਮਨ ਹੈ, ਉਹ ਜੇ ਪਾਵਰਫੁਲ ਹੋ ਗਿਆ ਤਾਂ ਉਹ ਸਾਡੇ ਜਿਹੜਾ ਚੇਤਨ ਮਨ ਹੈ ਉਸ ਨੂੰ ਕੰਟਰੋਲ ਕਰਦਾ। ਜਦੋਂ ਵੀ ਇਹਦਾ ਵਿਚਾਰ ਕੋਈ ਨੈਗੇਟਿਵ ਆਉਂਦਾ ਉਹ ਕਹਿੰਦਾ ਨਹੀਂ, ਕਿਉਂਕਿ ਅੰਦਰ ਵਾਲਾ ਪਾਵਰਫੁਲ ਹੈ। ਜੇ ਕਮਾਂਡਰ ਪਾਵਰਫੁਲ ਹੈ ਤਾਂ ਜਿਹੜੇ ਉਹਦੇ ਵਰਕਰ ਕੰਮ ਕਰਨ ਵਾਲੇ ਨੇ ਤਾਂ ਉਸ ਨੂੰ ਦੇਖ ਕੇ, ਉਹਦੀ ਨਜ਼ਰ ਨੂੰ ਦੇਖ ਕੇ ਪਰਖ ਜਾਂਦੇ ਨੇ ਕਿ ਅੱਜ ਕਮਾਂਡਰ ਸਾਹਿਬ ਦਾ ਜਿਹੜਾ ਹੈ ਮੂਡ ਅੱਖਾਂ ਤੋਂ ਠੀਕ ਨਹੀਂ ਲੱਗਦਾ, ਤਾਂ ਉਹ ਅੱਛਾ ਕੰਮ ਕਰਦੇ ਨੇ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਜੇ ਆਪਾਂ ਸਬਕੌਨਸ਼ੀਅਸ ਮਾਈਂਡ ਨੂੰ ਪਾਵਰਫੁਲ ਬਣਾਈਏ, ਸਬਕੌਨਸ਼ੀਅਸ ਮਾਈਂਡ ਦੀ ਨੇਚਰ ਨੂੰ ਸਮਝੀਏ। ਸਬਕੌਨਸ਼ੀਅਸ ਮਾਈਂਡ ਬਹੁਤ ਅੱਛਾ ਹੈ, ਪਰ ਸਬਕੌਨਸ਼ੀਅਸ ਮਾਈਂਡ ਬੜਾ ਖਤਰਨਾਕ ਵੀ ਹੈ, ਕਿਉਂਕਿ ਜਿਹੜਾ ਕੌਨਸ਼ੀਅਸ ਮਾਈਂਡ ਹੈ ਕਿਸੇ ਟਾਈਮ ਹੋਸ਼ ਨੂੰ ਛੱਡ ਕੇ ਉਹ ਆਪਣੇ ਇਮੋਸ਼ਨ ਕ੍ਰੀਏਟ ਕਰਦਾ ਹੈ। ਉਹਦੇ ਪਾਸ ਇੰਨੀ ਵਾਈਬ੍ਰੇਸ਼ਨ ਆਉਂਦੀ ਹੈ, ਉਹ ਕਹਿੰਦੇ ਇੱਕ ਸੈੱਲ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਕੀ ਹੈ, ਉਹਦੇ ਵਿੱਚ એનર્ਜੀ ਹੈ, ਔਰ ਪਰ ਜੇ ਉਹ એનર્ਜੀ ਦੇ ਵਿੱਚ ਵਾਈਬ੍ਰੇਸ਼ਨ ਨੂੰ ਕਾਊਂਟ ਕਰੀਏ ਤਾਂ ਉਹ ਮਿਲੀਅਨ ਜਾਂ ਟ੍ਰਿਲੀਅਨਸ ਦੀ ਗਿਣਤੀ ਦੇ ਵਿੱਚ ਹੈ, ਕਿਉਂਕਿ ਉਹ ਵਾਈਬ੍ਰੇਸ਼ਨ ਨਾਲ ਹੀ ਇਮੋਸ਼ਨ ਬਣਿਆ। ਵਾਈਬ੍ਰੇਸ਼ਨ ਨਜ਼ਰ ਨਹੀਂ ਆਉਂਦੀ, ਪਰ ਇਮੋਸ਼ਨ ਦੀ ਫੀਲਿੰਗ ਆਉਂਦੀ ਹੈ। ਨਜ਼ਰ ਤਾਂ ਇਮੋਸ਼ਨ ਵੀ ਨਹੀਂ ਆਉਂਦਾ, ਪਰ ਜਦੋਂ ਸਾਨੂੰ ਗੁੱਸਾ ਇੰਨਾ ਆ ਜਾਂਦਾ ਹੈ ਸਾਡੀ ਹੋਸ਼ ਬੰਦ ਹੋ ਜਾਂਦੀ ਹੈ, ਸਾਡੀ ਸੋਚ ਬੰਦ ਹੋ ਜਾਂਦੀ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਸਬਕੌਨਸ਼ੀਅਸ ਨੇਚਰ ਨੂੰ ਪੋਜ਼ਿਟਿਵ ਬਣਾ ਕੇ ਸ਼ਾਂਤੀ ਵਿੱਚ ਲੈ ਆਉਂਦੇ ਹਾਂ ਤਾਂ ਤੁਸੀਂ ਬੜੀ ਜਲਦੀ ਤੁਸੀਂ ਉਸ ਨੂੰ ਹੀਲ ਕਰ ਸਕਦੇ ਹੋ। ਤੁਹਾਨੂੰ ਕਹਿੰਦੇ ਉਸ ਦੇ ਨਾਲ ਇਮੋਸ਼ਨਲ ਹੀਲਿੰਗ ਹੋ ਜਾਂਦੀ ਹੈ। ਜਿਉਂ ਸਾਡੇ ਇਮੋਸ਼ਨਲ ਹੀਲਿੰਗ ਹੋਈ ਤਾਂ ਉਹ ਸਾਡੇ ਐਟੀਟਿਊਡ ਨਾਲ ਕਨੈਕਟਡ ਹੈ। ਐਟੀਟਿਊਡ ਵੀ ਸਾਡੇ ਪੋਜ਼ਿਟਿਵ ਬਣਨੇ ਸ਼ੁਰੂ ਹੋ ਜਾਂਦੇ ਹਨ ਤੇ ਜੀਵਨ ਸੁਖਦਾਈ ਹੋ ਜਾਂਦਾ। ਕਹਿੰਦਾ ਜੀਵਨ ਕੀ ਹੈ, ਇਸ ਦੇ ਉੱਤੇ ਅਗਲਾ ਟਾਪਿਕ ਆਪਾਂ ਫਿਰ ਲਵਾਂਗੇ। ਹੁਣ ਇੱਥੇ ਆਪਾਂ ਵਿਰਾਮ ਦਿੰਦੇ ਹਾਂ ਤੇ ਸਤਿ ਸ੍ਰੀ ਅਕਾਲ ਕਰਦੇ।